ਸਤਿ ਸ਼੍ਰੀ ਅਕਾਲ। ਤੁਹਾਡਾ ਸਾਡੇ ਚੈਨਲ ਲਰਨ ਪੰਜਾਬੀ ਐਂਡ ਹਿਸਟਰੀ ਵਿਦ ਰਾਜਵੀਰ ਕੌਰ 'ਤੇ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਹੋਈ ਪੁਸਤਕ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ ਦੇ ਚੌਥੇ ਲੈਕਚਰ ਵਿੱਚ ਲਿੰਗ ਅਤੇ ਵਚਨ ਬਾਰੇ ਪੜ੍ਹਾਂਗੇ ਅਤੇ ਵਿਸਥਾਰ ਨਾਲ ਸਮਝਾਂਗੇ। ਆਰੰਭ ਕਰਦੇ ਹਾਂ। ਫਸਟ, ਲਿੰਗ। ਨਾਂਵ ਦੇ ਜਿਸ ਰੂਪ ਤੋਂ ਜਨਾਨੇ ਅਤੇ ਮਰਦਾਨੇ ਭੇਦ ਦਾ ਪਤਾ ਲੱਗਦਾ ਹੈ, ਵਿਆਕਰਨ ਵਿੱਚ ਉਸਨੂੰ ਲਿੰਗ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਦੋ ਪ੍ਰਕਾਰ ਦੇ ਲਿੰਗ ਸ਼ਬਦ ਹਨ, ਪੁਲਿੰਗ ਅਤੇ ਇਸਤਰੀ ਲਿੰਗ। ਜਿਵੇਂ ਮੁੰਡਾ, ਤੋਤਾ, ਸ਼ੇਰ, ਹਾਥੀ ਅਤੇ ਘੋੜਾ ਪੁਲਿੰਗ ਸ਼ਬਦ ਹਨ ਅਤੇ ਕੁੜੀ, ਤੋਤੀ, ਸ਼ੇਰਨੀ, ਹਥਨੀ ਅਤੇ ਘੋੜੀ ਇਸਤਰੀ ਲਿੰਗ ਸ਼ਬਦ ਹਨ। ਪੰਜਾਬੀ ਵਿਆਕਰਨ ਵਿੱਚ ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ, ਇਸਤਰੀ ਅਤੇ ਪੁਲਿੰਗ। ਲਿੰਗ ਤੋਂ ਭਾਵ ਜੈਂਡਰ ਤੋਂ ਹੁੰਦਾ, ਚੇਂਜ ਦਾ ਜੈਂਡਰ ਤੋਂ। ਜਿਵੇਂ ਪੁਲਿੰਗ ਹੋ ਗਿਆ ਮੁੰਡਾ ਅਤੇ ਇਸ ਦਾ ਇਸਤਰੀ ਲਿੰਗ ਹੋਵੇਗਾ ਕੁੜੀ। ਪੰਜਾਬੀ ਵਿੱਚ ਪੁਲਿੰਗ ਤੋਂ ਇਸਤਰੀ ਲਿੰਗ ਬਣਾਉਣ ਦੇ ਵੀ ਕੁਝ ਨਿਯਮ ਹਨ, ਜੋ ਇਸ ਤਰ੍ਹਾਂ ਹਨ। ਅੰਤ ਵਿੱਚ ਬਿਹਾਰੀ ਲਾ ਕੇ। ਫਸਟ ਨਿਯਮ, ਅੰਤ ਵਿੱਚ ਬਿਹਾਰੀ ਦੀ ਮਾਤਰਾ ਲਗਾ ਕੇ। ਪੁਲਿੰਗ ਸ਼ਬਦ ਹੈ ਜਿਵੇਂ ਫਸਟ ਹਰਨ, ਅਤੇ ਇਹਦੇ ਲਾਸਟ ਵਿੱਚ ਅਸੀਂ ਜੇ ਬਿਹਾਰੀ ਦੀ ਮਾਤਰਾ ਲਗਾ ਦਿੰਦੇ ਹਾਂ ਤਾਂ ਇਹਦਾ ਇਸਤਰੀ ਲਿੰਗ ਸ਼ਬਦ ਹੋਵੇਗਾ ਹਰਨੀ। ਇਸੇ ਤਰ੍ਹਾਂ ਹੋਰ ਵੀ ਸ਼ਬਦ ਹਨ, ਜਿਵੇਂ ਕੁੱਕੜ ਤੋਂ ਕੁੱਕੜੀ, ਪੁੱਤਰ ਤੋਂ ਪੁੱਤਰੀ, ਜੱਟ ਤੋਂ ਜੱਟੀ, ਬਾਂਦਰ ਤੋਂ ਬਾਂਦਰੀ, ਦਾਸ ਤੋਂ ਦਾਸੀ, ਗੁੱਜਰ ਤੋਂ ਗੁਜਰੀ ਅਤੇ ਗਿੱਦੜ ਤੋਂ ਗਿੱਦੜੀ। ਇਹ ਸ਼ਬਦ ਅੰਤ ਵਿੱਚ ਬਿਹਾਰੀ ਦੀ ਮਾਤਰਾ ਲਗਾ ਕੇ ਤਿਆਰ ਕੀਤੇ ਗਏ ਹਨ। ਇਸ ਦਾ ਸੈਕਿੰਡ ਨਿਯਮ ਹੈ ਅੰਤ ਵਿੱਚ ਕੰਨਾ ਲਗਾ ਕੇ। ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਜਦੋਂ ਅਸੀਂ ਕੰਨਾ ਲਗਾ ਦਿੰਦੇ ਹਾਂ ਤਾਂ ਉਹ ਇਸਤਰੀ ਲਿੰਗ ਦਾ ਰੂਪ ਧਾਰਨ ਕਰ ਲੈਂਦੇ ਹਨ। ਜਿਵੇਂ ਫਸਟ ਅਧਿਆਪਕ, ਅਤੇ ਇੱਥੇ ਜੇ ਅਧਿਆਪਕ ਕੱਕੇ ਦੇ ਨਾਲ ਅਸੀਂ ਕੰਨੇ ਦੀ ਮਾਤਰਾ ਲਗਾਵਾਂਗੇ ਤਾਂ ਉਹ ਬਣ ਜਾਵੇਗਾ ਅਧਿਆਪਿਕਾ, ਜੋ ਕਿ ਇੱਕ ਇਸਤਰੀ ਲਿੰਗ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਸ਼ਬਦ ਨਾਇਕ, ਨਾਇਕਾ, ਸੇਵਕ, ਸੇਵਿਕਾ, ਲੇਖਕ, ਲੇਖਿਕਾ, ਪਾਠਕ, ਪਾਠਕਾ। ਅਤੇ ਇਹਦੇ ਤੀਸਰਾ ਨਿਯਮ ਅੰਤ ਵਿੱਚ ਨੀ ਦੀ ਮਾਤਰਾ ਲਗਾ ਕੇ, ਨੰਨੇ ਨੂੰ ਬਿਹਾਰੀ ਦੀ। ਜਿਹਦੀ ਉਦਾਹਰਨ ਹੈ ਫਸਟ ਸਰਦਾਰ। ਸਰਦਾਰ ਸ਼ਬਦ ਦੇ ਨਾਲ ਜਦੋਂ ਅਸੀਂ ਨੀ ਦੀ ਧੁਨੀ ਨੂੰ ਜੋੜਦੇ ਹਾਂ ਤਾਂ ਉਹ ਬਣ ਜਾਵੇਗਾ ਸਰਦਾਰਨੀ। ਸਰਦਾਰ ਦਾ ਇਸਤਰੀ ਲਿੰਗ ਹੋਵੇਗਾ ਸਰਦਾਰਨੀ। ਇਸੇ ਤਰ੍ਹਾਂ ਹੋਰ ਸ਼ਬਦ ਸ਼ੇਰ, ਸ਼ੇਰਨੀ, ਫਕੀਰ, ਫਕੀਰਨੀ, ਜਾਦੂਗਰ, ਜਾਦੂਗਰਨੀ, ਸੇਵਾਦਾਰ ਤੋਂ ਸੇਵਾਦਾਰਨੀ। ਇਸਤਰੀ ਲਿੰਗ ਬਣਾਉਣ ਲਈ ਚੌਥਾ ਨਿਯਮ, ਅੰਤ ਵਿੱਚ ਨਾਣੇ ਬਿਹਾਰੀ ਨੀ ਲਾ ਕੇ। ਸੰਤ ਤੋਂ ਸੰਤਣੀ, ਉਸਤਾਦ ਤੋਂ ਉਸਤਾਦਨੀ, ਰਾਗ ਤੋਂ ਰਾਗਣੀ, ਨਾਗ, ਨਾਗਣੀ, ਕੁੜਮ, ਕੁੜਮਣੀ। ਅਤੇ ਇਸ ਦਾ ਪੰਜਵਾਂ ਨਿਯਮ ਹੈ ਅੰਤ ਵਿੱਚ ਕੰਨਾ ਅਤੇ ਨੀ ਦੀ ਮਾਤਰਾ ਲਗਾ ਕੇ। ਜਿਵੇਂ ਪੰਡਤ ਤੋਂ ਪੰਡਤਾਣੀ, ਸੇਠ, ਸੇਠਾਣੀ, ਨੌਕਰ, ਨੌਕਰਾਣੀ, ਦਿਓਰ, ਦਰਾਣੀ। ਅਤੇ ਇਸੇ ਤਰ੍ਹਾਂ ਮੁਗਲ, ਮੁਗਲਾਣੀ। ਅਤੇ ਇਹਦਾ ਛੇਵਾਂ ਅੰਤ ਵਿੱਚ ੜੀ, ਰਾੜੇ ਨੂੰ ਬਿਹਾਰੀ ੜੀ ਦੀ ਮਾਤਰਾ ਲਗਾ ਕੇ। ਜਿਵੇਂ ਇਹਦਾ ਫਸਟ ਹੈ, ਇਹਦੀ ਉਦਾਹਰਨ ਸਾਡੇ ਕੋਲ ਸੂਤ, ਸੂਤੜੀ, ਸੰਦੂਕ, ਸੰਦੂਕੜੀ, ਬਾਲ, ਬਾਲੜੀ। ਇਸੇ ਤਰ੍ਹਾਂ ਪੁਰਸ਼ ਲਿੰਗ ਤੋਂ ਇਸਤਰੀ ਲਿੰਗ ਬਣਾਉਣ ਲਈ ਜਿਨ੍ਹਾਂ ਪੁਰਸ਼ ਲਿੰਗਾਂ ਸ਼ਬਦਾਂ ਦੇ ਲਾਸਟ ਵਿੱਚ ਬਿਹਾਰੀ ਦੀ ਮਾਤਰਾ ਹੋਵੇਗੀ, ਉਹਨਾਂ ਤੋਂ ਇਸਤਰੀ ਲਿੰਗ ਬਣਾਉਣ ਲਈ ਵੀ ਕੁਝ ਅਲੱਗ ਨਿਯਮ ਹਨ, ਜੋ ਇਸ ਤਰ੍ਹਾਂ ਹਨ। ਜੋ ਫਸਟ ਹੈ ਬਿਹਾਰੀ ਦੀ ਥਾਂ 'ਤੇ ਨੰਨਾ ਸ਼ਬਦ ਲਗਾ ਕੇ। ਜਿਵੇਂ ਇਹਦੀ ਫਸਟ ਉਦਾਹਰਨ ਹੈ ਸਾਡੇ ਕੋਲ ਹਾਣੀ ਤੋਂ ਕੀ ਬਣ ਗਿਆ ਹਾਨਣ, ਖਿਡਾਰੀ, ਖਿਡਾਰਨ, ਲਿਖਾਰੀ, ਲਿਖਾਰਨ, ਸ਼ਿਕਾਰੀ, ਸ਼ਿਕਾਰਨ, ਸ਼ਹਿਰੀ, ਸ਼ਹਿਰਨ। ਅਤੇ ਇੱਥੇ ਦੂਸਰਾ ਨਿਯਮ ਹੈ ਬਿਹਾਰੀ ਦੀ ਥਾਂ ਨਾਣੇ ਦਾ ਸ਼ਬਦ ਲਗਾ ਕੇ।
ਇਹਦੀ ਫਸਟ ਉਦਾਹਰਨ ਹੈ ਸਾਡੇ ਕੋਲ ਮਾਲੀ, ਮਾਲਣ। ਇੱਥੇ ਅਸੀਂ ਜਿਹੜੀ ਲਾਸਟ ਤੇ ਬਿਹਾਰੀ ਦੀ ਮਾਤਰਾ ਹੈ ਉਹਨੂੰ ਹਟਾ ਕੇ ਉਹਦੀ ਜਗ੍ਹਾ 'ਤੇ ਨਾਣਾ ਸ਼ਬਦ ਵਰਤਦੇ ਹਾਂ। ਧੋਬੀ, ਧੋਬਣ। ਸਾਥੀ, ਸਾਥਣ। ਗੁਆਂਢੀ, ਗੁਆਂਢਣ। ਗਿਆਨੀ ਤੋਂ ਗਿਆਨਣ। ਬਿਹਾਰੀ ਵਾਲੇ ਪੁਰਸ਼ ਲਿੰਗਾਂ ਤੋਂ ਇਸਤਰੀ ਲਿੰਗ ਬਣਾਉਣ ਲਈ ਤੀਸਰਾ ਨਿਯਮ, ਅੰਤ ਵਿੱਚ ਬਿਹਾਰੀ ਦੀ ਥਾਂ ਉਸੇ ਅੱਖਰ ਨੂੰ ਸਿਹਾਰੀ ਲਗਾ ਕੇ ਅਤੇ ਨਾਲ ਨਾਣਾ ਸ਼ਬਦ ਲਗਾ ਕੇ। ਜਿਹਦੀ ਫਸਟ ਉਦਾਹਰਨ ਹੈ ਸਾਡੇ ਕੋਲ ਹਲਵਾਈ, ਹਲਵਾਇਣ। ਸ਼ੁਦਾਈ, ਸ਼ੁਦੈਣ। ਨਾਈ, ਨਾਇਣ। ਕਸਾਈ, ਕਸਾਇਣ। ਅਤੇ ਪੁਰਸ਼ ਲਿੰਗਾਂ ਤੋਂ ਇਸਤਰੀ ਲਿੰਗ ਬਣਾਉਣ ਲਈ ਕੁਝ ਹੋਰ ਵੀ ਨਿਯਮ ਹਨ, ਜਿਵੇਂ ਜਿਨ੍ਹਾਂ ਪੁਰਸ਼ ਲਿੰਗਾਂ ਸ਼ਬਦ ਦੇ ਲਾਸਟ ਵਿੱਚ ਕੰਨੇ ਦੀ ਮਾਤਰਾ ਹੁੰਦੀ ਹੈ ਉੱਥੇ ਹੀ ਇਸਤਰੀ ਲਿੰਗ ਬਣਾਉਣ ਲਈ ਕੁਝ ਹੋਰ ਨਿਯਮ ਵਰਤਦੇ ਹਾਂ। ਇਹਦਾ ਫਸਟ ਨਿਯਮ ਹੈ ਸਾਡੇ ਕੋਲ ਕੰਨੇ ਦੀ ਥਾਂ ਬਿਹਾਰੀ ਦੀ ਮਾਤਰਾ ਲਗਾ ਕੇ। ਭਾਵ ਜਿਨ੍ਹਾਂ ਪੁਰਸ਼ ਲਿੰਗਾਂ ਸ਼ਬਦਾਂ ਦੇ ਲਾਸਟ ਵਿੱਚ ਕੰਨੇ ਦੀ ਮਾਤਰਾ ਦੀ ਵਰਤੋਂ ਹੁੰਦੀ ਹੈ ਉਹਨਾਂ ਨੂੰ ਇਸਤਰੀ ਲਿੰਗ ਬਣਾਉਣ ਲਈ ਉਹਨਾਂ ਦੇ ਲਾਸਟ ਵਿੱਚ ਅਸੀਂ ਬਿਹਾਰੀ ਦੀ ਮਾਤਰਾ ਦੀ ਵਰਤੋਂ ਕਰਾਂਗੇ। ਜਿਵੇਂ ਦੀ ਫਸਟ ਉਦਾਹਰਨ ਹੈ ਸਾਡੇ ਕੋਲ ਮਾਮਾ, ਮਾਮੇ ਦਾ ਇਸਤਰੀ ਲਿੰਗ ਮਾਮੀ। ਇਸੇ ਤਰ੍ਹਾਂ ਕੁਝ ਹੋਰ ਘੋੜਾ, ਘੋੜੀ। ਮੁਰਗਾ, ਮੁਰਗੀ। ਬਿੱਲਾ, ਬਿੱਲੀ। ਚਿੜਾ, ਚਿੜੀ। ਅਤੇ ਇਹਦਾ ਸੈਕਿੰਡ ਨਿਯਮ ਹੈ ਸਾਡੇ ਕੋਲ ਕੰਨੇ ਦੀ ਥਾਂ ਨੰਨਾ ਸ਼ਬਦ ਲਗਾ ਕੇ। ਜਿਵੇਂ ਸਪੇਰਾ, ਸਪੇਰਾ ਤੋਂ ਹੀ ਰਾਰੇ ਨੂੰ ਜਿਹੜਾ ਕੰਨੇ ਦੀ ਮਾਤਰਾ ਲੱਗੀ ਹੋਈ ਹੈ ਉਹਨੂੰ ਹਟਾ ਕੇ ਉਹਦੀ ਜਗ੍ਹਾ ਅਸੀਂ ਨੰਨਾ ਸ਼ਬਦ ਵਰਤਾਂਗੇ ਤਾਂ ਬਣ ਜਾਵੇਗਾ ਸਪੇਰਨ, ਜੋ ਕਿ ਸਪੇਰੇ ਦਾ ਇਸਤਰੀ ਲਿੰਗ ਹੋਵੇਗਾ। ਇਸੇ ਤਰ੍ਹਾਂ ਵਣਜਾਰਾ, ਵਣਜਾਰਨ। ਮਛੇਰਾ, ਮਛੇਰਨ। ਪਠਿਆਰਾ, ਪਠਿਆਰਨ। ਲੁਟੇਰਾ, ਲੁਟੇਰਨ। ਅਤੇ ਇਹਦੀ ਥਰਡ ਨਿਯਮ, ਇਹਦਾ ਤੀਸਰਾ ਨਿਯਮ ਹੈ ਸਾਡੇ ਕੋਲ ਇਸੇ ਤਰ੍ਹਾਂ ਜਿਹੜੇ ਪੁਰਸ਼ ਲਿੰਗ ਸ਼ਬਦਾਂ ਦੇ ਅੰਤਲੇ ਅੱਖਰ ਤੋਂ ਪਹਿਲੇ ਅੱਖਰ ਨੂੰ ਬਿਹਾਰੀ ਅਤੇ ਅੰਤਲੇ ਸ਼ਬਦ ਐੜਾ ਅੱਖਰ ਨੂੰ ਕੰਨਾ ਭਾਵ ਈਆ ਆਉਂਦਾ ਹੈ ਉਹਨਾਂ ਦਾ ਇਸਤਰੀ ਲਿੰਗ ਰੂਪ ਈਆ ਦੀ ਥਾਂ ਸ਼ਬਦ ਨੰਨਾ ਜਾਂ ਨਾਣਾ ਲਾ ਕੇ ਬਣਾਇਆ ਜਾਂਦਾ ਹੈ। ਜਿਵੇਂ ਕਿ ਪਹਾੜੀਆ, ਜਿਹੜਾ ਕਿ ਸੌਣਕਾ ਦਾ ਦਿੰਦਾ ਪਿਆ ਹੈ ਬਿਹਾਰੀ ਤੇ ਈ ਦੀ ਮਾਤਰਾ ਦਾ, ਬਿਹਾਰੀ ਜੋ ਕਿ ਈ ਦੀ ਮਾਤਰਾ ਦਾ ਸੌਣ ਦਿੰਦੀ ਹੈ ਅਤੇ ਉਹਦੇ ਨਾਲ ਹੀ ਐੜੇ ਨੂੰ ਕੰਨਿਆਂ ਦੀ ਵੀ ਵਰਤੋਂ ਕੀਤੀ ਗਈ ਹੈ। ਅਤੇ ਇਹਦਾ ਇਸਤਰੀ ਲਿੰਗ ਬਣਾਵਾਂਗੇ ਅਸੀਂ ਪਹਾੜਨ, ਪਹਾੜੀਆਂ ਤੋਂ ਪਹਾੜਨ। ਕਸ਼ਮੀਰੀ, ਕਸ਼ਮੀਰਨ। ਪੋਠੋਹਾਰੀ, ਪੋਠੋਹਾਰਨ। ਦੁਆਬੀਆ, ਦੁਆਬਣ। ਪਸ਼ੋਰੀਆ, ਪਸ਼ੋਰਨ। ਇਸੇ ਤਰ੍ਹਾਂ ਪੁਰਸ਼ ਲਿੰਗਾਂ ਤੋਂ ਇਸਤਰੀ ਲਿੰਗ ਬਣਾਉਣ ਲਈ ਪੰਜਵਾਂ ਨਿਯਮ ਹੈ ਮਨੁੱਖੀ ਸੰਬੰਧਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਦਾ ਪੁਲਿੰਗ ਤੋਂ ਇਸਤਰੀ ਲਿੰਗ ਰੂਪ ਪਰਿਵਰਤਨ ਕੁਝ ਗੁੰਝਲਦਾਰ ਹੈ। ਜਿਵੇਂ ਪਿਤਾ, ਮਾਤਾ। ਇਹ ਸ਼ਬਦ ਇੱਕ ਦੂਸਰੇ ਤੋਂ ਬਿਲਕੁਲ ਹੀ ਅਲੱਗ ਹੁੰਦੇ ਹਨ। ਜਿਵੇਂ ਪਿਓ, ਮਾਂ। ਨਾਨਾ ਦਾ ਇਸਤਰੀ ਲਿੰਗ ਨਾਨੀ। ਪੋਤਰਾ ਜਾਂ ਪੋਤਰੀ ਦਾ ਪੋਤਾ ਜਾਂ ਪੋਤਰੇ ਦਾ ਪੋਤੀ ਜਾਂ ਪੋਤਰੀ। ਇਸੇ ਤਰ੍ਹਾਂ ਭਤੀਜਾ ਤੋਂ ਭਤੀਜੀ। ਇਸੇ ਤਰ੍ਹਾਂ ਭਾਣਜਾ ਜਾਂ ਭਣੇਵੇਂ ਦਾ ਇਸਤਰੀ ਲਿੰਗ ਹੋਵੇਗਾ ਭਾਣਜੀ ਜਾਂ ਭਣੇਵੀਂ। ਕੁਝ ਹੋਰ ਉਦਾਹਰਨਾਂ ਦਾਦੇ ਤੋਂ ਦਾਦੀ। ਮਾਮਾ ਤੋਂ ਮਾਮੀ। ਤਾਇਆ ਤੋਂ ਤਾਈ। ਮਾਸੜ ਤੋਂ ਮਾਸੀ। ਚਾਚੇ ਤੋਂ ਚਾਚੀ ਅਤੇ ਫੁੱਫੜ ਤੋਂ ਭੂਆ। ਇਹ ਸ਼ਬਦ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਹੁੰਦੇ ਹਨ। ਪੁਰਸ਼ ਲਿੰਗ ਤੋਂ ਇਸਤਰੀ ਲਿੰਗ ਬਣਾਉਣ ਲਈ ਛੇਵਾਂ ਨਿਯਮ ਮਨੁੱਖੀ ਰਿਸ਼ਤਿਆਂ ਨਾਲ ਸੰਬੰਧਿਤ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਦਾ ਪੁਲਿੰਗ ਤੋਂ ਇਸਤਰੀ ਲਿੰਗ ਰੂਪਾਂਤਰ ਕਿਸੇ ਨਿਯਮ ਵਿੱਚ ਨਹੀਂ ਹੁੰਦਾ। ਇਹਨਾਂ ਨੂੰ ਅਸੀਂ ਫੁਟਕਲ ਕਹਿ ਸਕਦੇ ਹਾਂ। ਜਿਵੇਂ ਮਰਦ ਤੋਂ ਔਰਤ। ਆਦਮੀ ਤੋਂ ਤੀਵੀਂ ਜਾਂ ਜਨਾਨੀ। ਗੱਭਰੂ ਤੋਂ ਮੁਟਿਆਰ। ਮਿੱਤਰ ਤੋਂ ਸਹੇਲੀ। ਮੁੰਡੇ ਤੋਂ ਕੁੜੀ। ਰਾਜਾ ਤੋਂ ਰਾਣੀ। ਨਵਾਬ ਤੋਂ ਬੇਗਮ। ਬੱਚਾ ਤੋਂ ਬੱਚੀ। ਸਹੁਰਾ ਸੱਸ। ਭਰਾ ਤੋਂ ਭੈਣ। ਨਰ ਤੋਂ ਨਾਰੀ।
ਸਾਹਿਬ ਤੋਂ ਮੇਮ, ਵਰ ਤੋਂ ਕੰਨਿਆ ਅਤੇ ਸ਼੍ਰੀਮਾਨ ਤੋਂ ਸ਼੍ਰੀਮਤੀ। ਅਤੇ 7ਵਾਂ ਨਿਯਮ, ਆਮ ਤੌਰ 'ਤੇ ਵੱਡੇ ਆਕਾਰ ਦੀਆਂ ਵਸਤੂਆਂ ਲਈ ਵਰਤੇ ਜਾਣ ਵਾਲੇ ਸ਼ਬਦ ਪੁਲਿੰਗ ਅਤੇ ਛੋਟੇ ਆਕਾਰ ਦੀਆਂ ਵਸਤੂਆਂ ਲਈ ਵਰਤੇ ਜਾਣ ਵਾਲੇ ਸ਼ਬਦ ਇਸਤਰੀ ਲਿੰਗ ਹੁੰਦੇ ਹਨ। ਜਿਵੇਂ ਆਰਾ ਦਾ ਇਸਤਰੀ ਲਿੰਗ ਹੋਵੇਗਾ ਆਰੀ, ਸੰਦੂਕ ਸੰਦੂਕੜੀ, ਖੁਰਪਾ ਖੁਰਪੀ, ਘੜਾ ਘੜੀ, ਡੱਬਾ ਡੱਬੀ, ਪਤੀਲਾ ਪਤੀਲੀ, ਪੱਖਾ ਪੱਖੀ, ਰੱਸਾ ਰੱਸੀ, ਰੰਬਾ ਰੰਬੀ ਅਤੇ ਬਾਟਾ ਤੋਂ ਬਾਟੀ। 8ਵਾਂ ਨਿਯਮ, ਪੰਜਾਬੀ ਵਿੱਚ ਕਈ ਨਾਂਵ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦਾ ਵਿਰੋਧੀ ਲਿੰਗ ਰੂਪ ਵਾਲਾ ਕੋਈ ਸ਼ਬਦ ਨਹੀਂ ਮਿਲਦਾ। ਜਿਵੇਂ ਇਹ ਉਹ ਸ਼ਬਦ ਹਨ ਜਿਨ੍ਹਾਂ ਦਾ ਇਸਤਰੀ ਲਿੰਗ ਸ਼ਬਦ ਨਹੀਂ ਹੁੰਦਾ, ਜਾਂ ਕਹਿ ਲਓ ਪੁਰਸ਼ ਲਿੰਗ ਸ਼ਬਦ ਨਹੀਂ ਹੁੰਦਾ। ਜਿਵੇਂ ਦਰਖਤ, ਅਸਮਾਨ, ਅਨਾਜ, ਲੋਹਾ, ਭੁਚਾਲ, ਘਿਓ, ਚੰਨ, ਸੂਰਜ, ਮੀਂਹ, ਤੇਲ, ਦੁੱਧ, ਦਿਨ, ਪਾਣੀ ਅਤੇ ਪਿਆਰ ਆਦਿ। ਇਸੇ ਤਰ੍ਹਾਂ ਧਰਤੀ, ਹਵਾ, ਚਾਂਦੀ, ਕਲਮ, ਸ਼ਾਹੀ, ਕੁਰਸੀ, ਨੇਕ, ਮਿਹਨਤ, ਚੰਗਿਆਈ, ਹਿੰਮਤ ਆਦਿ ਇਸਤਰੀ ਲਿੰਗ ਸ਼ਬਦ ਹਨ ਜਿਨ੍ਹਾਂ ਦਾ ਪੁਰਸ਼ ਲਿੰਗ, ਅਤੇ ਉੱਪਰ ਦਿੱਤੇ ਹੋਏ ਕੁਝ ਪੁਰਸ਼ ਲਿੰਗ ਸ਼ਬਦ ਹਨ ਜਿਨ੍ਹਾਂ ਦਾ ਇਸਤਰੀ ਲਿੰਗ ਸ਼ਬਦ ਨਹੀਂ ਬਣਦਾ। ਅੱਗੇ ਆਰੰਭ ਕਰਾਂਗੇ ਵਚਨ। ਵਚਨ ਬਦਲੋ। ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦੇ ਫਰਕ ਦਾ ਪਤਾ ਲੱਗੇ ਉਸ ਨੂੰ ਵਚਨ ਆਖਦੇ ਹਨ। ਪੰਜਾਬੀ ਵਿੱਚ ਵਚਨ 2 ਪ੍ਰਕਾਰ ਦੇ ਹੁੰਦੇ ਹਨ, ਇੱਕ ਵਚਨ ਅਤੇ ਬਹੁਵਚਨ। ਇੱਕ ਵਚਨ ਉਹ ਜਿੱਥੇ ਇੱਕ ਵਸਤੂ ਹੋਵੇਗੀ, ਬਹੁਵਚਨ ਜਿੱਥੇ ਇੱਕ ਤੋਂ ਵੱਧ 2 3 4 ਜ਼ਿਆਦਾ ਵਸਤੂਆਂ ਹੋਣਗੀਆਂ। ਇੱਕ ਵਚਨ ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦਾ ਪਤਾ ਲੱਗੇ ਉਸਨੂੰ ਇੱਕ ਵਚਨ ਕਿਹਾ ਜਾਂਦਾ ਹੈ। ਜਿਵੇਂ ਕੁੜੀ, ਕਿਤਾਬ, ਸਰੈਣੀ ਆਦਿ। ਬਹੁਵਚਨ ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਵਸਤੂਆਂ, ਸਥਾਨਾਂ ਆਦਿ ਦਾ ਗਿਆਨ ਹੋਵੇ ਉਸਨੂੰ ਬਹੁਵਚਨ ਆਖਦੇ ਹਨ। ਜਿਵੇਂ ਕੁੜੀਆਂ, ਕਿਤਾਬਾਂ, ਜਮਾਤਾਂ ਆਦਿ। ਪੰਜਾਬੀ ਵਿੱਚ ਸ਼ਬਦ ਦੇ ਇੱਕ ਵਚਨ ਤੋਂ ਬਹੁਵਚਨ ਬਣਾਉਣ ਦੇ ਕੁਝ ਨਿਯਮ ਹਨ ਜੋ ਇਸ ਪ੍ਰਕਾਰ ਹਨ। ਪਹਿਲਾ ਨਿਯਮ, ਜਿਸ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਉਸ ਦੇ ਬਹੁਵਚਨ ਅੰਤ ਵਾਲੇ ਕੰਨੇ ਦੀ ਥਾਂ ਲਾਂ ਲਾ ਕੇ ਬਣਾਏ ਜਾਂਦੇ ਹਨ। ਜਿਵੇਂ ਕਿ ਇੱਕ ਵਚਨ ਹੈ ਇੱਥੇ ਚੂਹਾ ਅਤੇ ਇਹਦਾ ਬਹੁਵਚਨ ਚੂਹੇ, ਮੁੰਡਾ ਮੁੰਡੇ, ਪੱਤਾ ਪੱਤੇ, ਚਰਖਾ ਚਰਖੇ, ਮੰਜਾ ਮੰਜੇ। ਇਸੇ ਤਰ੍ਹਾਂ ਕੁਝ ਹੋਰ ਬਾਬਾ ਬਾਬੇ, ਕੀੜਾ ਕੀੜੇ, ਤੋਤਾ ਤੋਤੇ, ਰੱਸਾ ਰੱਸੇ, ਘੋੜਾ ਤੋਂ ਘੋੜੇ। ਇਹਨਾਂ ਇੱਕ ਵਚਨ ਸ਼ਬਦਾਂ ਦੇ ਲਾਸਟ ਵਿੱਚ ਕੰਨੇ ਦੀ ਮਾਤਰਾ ਸੀ, ਜਿਹਨੂੰ ਬਹੁਵਚਨ ਬਣਾਉਣ ਲਈ ਕੰਨੇ ਦੀ ਮਾਤਰਾ ਨੂੰ ਹਟਾ ਕੇ ਉੱਥੇ ਲਾਂ ਦੀ ਮਾਤਰਾ ਨੂੰ ਲਗਾਇਆ ਗਿਆ। ਦੂਸਰਾ ਨਿਯਮ, ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਬਿਹਾਰੀ ਦੀ ਮਾਤਰਾ ਲੱਗੀ ਹੁੰਦੀ ਹੈ ਉਸ ਸ਼ਬਦ ਦੇ ਅੰਤ ਵਿੱਚ ਐੜੇ ਨੂੰ ਕੰਨਾ ਲਾ ਕੇ ਸ਼ਬਦ ਬਣਾਇਆ ਜਾਵੇਗਾ, ਉਸਦਾ ਬਹੁਵਚਨ ਸ਼ਬਦ। ਜਿਵੇਂ ਤੀਵੀਂ ਦਾ ਬਹੁਵਚਨ ਬਣਾਉਣ ਲਈ ਤੀਵੀਆਂ ਐੜੇ ਨੂੰ ਕੰਨੇ ਦੀ ਆਵਾਜ਼ ਲਗਾ ਦਿੱਤੀ ਗਈ ਲਾਸਟ ਵਿੱਚ। ਇਸੇ ਤਰ੍ਹਾਂ ਪੋਥੀ ਤੋਂ ਪੋਥੀਆਂ, ਕਾਪੀ ਤੋਂ ਕਾਪੀਆਂ, ਰੱਸੀ ਤੋਂ ਰੱਸੀਆਂ, ਮੋਲਨੀ ਤੋਂ ਮੋਲਨੀਆਂ, ਇਸਤਰੀ ਤੋਂ ਇਸਤਰੀਆਂ, ਕਲੀ ਤੋਂ ਕਲੀਆਂ, ਧੀ ਤੋਂ ਧੀਆਂ, ਘੋੜੀ ਤੋਂ ਘੋੜੀਆਂ ਅਤੇ ਬੇਰੀ ਤੋਂ ਬੇਰੀਆਂ। ਤੀਸਰਾ ਨਿਯਮ, ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਜਾਂ ਕੰਨੇ ਉੱਤੇ ਬਿੰਦੀ ਹੋਵੇ ਉਸ ਦਾ ਬਹੁਵਚਨ ਬੋਵੇ ਨੂੰ ਕੰਨਾ ਉੱਤੇ ਬਿੰਦੀ ਲਾ ਕੇ ਬਣਾਇਆ ਜਾਂਦਾ ਹੈ। ਜੇਕਰ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਤਾਂ
ਵੋਵੇ ਨੂੰ ਕੰਨਾਂ ਉੱਤੇ ਬਿੰਦੀ ਲਾ ਕੇ ਬਹੁਵਚਨ ਬਣਾਇਆ ਜਾਂਦਾ ਹੈ। ਜਿਵੇਂ ਕਿ ਇਸਤਰੀ ਲਿੰਗ ਸ਼ਬਦ ਹੈ ਇੱਥੇ ਸਾਡੇ ਕੋਲ ਮਾਂ, ਇਹਦਾ ਬਹੁਵਚਨ ਬਣਾਉਣ ਲਈ ਇਹਦੇ ਨਾਲ ਵੋਵੇ ਨੂੰ ਕੰਨਾਂ ਉੱਤੇ ਬਿੰਦੀ ਲਗਾ ਕੇ ਬਣਾਇਆ ਜਾਵੇਗਾ। ਜਿਵੇਂ ਮਾਂ ਤੋਂ ਮਾਵਾਂ। ਇਸੇ ਤਰ੍ਹਾਂ ਹੋਰ ਲਾਂ ਲਾਵਾਂ, ਗਾਂ ਗਾਵਾਂ, ਛਾਂ ਛਾਵਾਂ, ਦੁਰਘਟਨਾ ਦੁਰਘਟਨਾਵਾਂ, ਸਭਾ ਸਭਾਵਾਂ, ਕਵਿਤਾ ਕਵਿਤਾਵਾਂ, ਭਰਾ ਭਰਾਵਾਂ, ਦਰਿਆ ਤੋਂ ਦਰਿਆਵਾਂ, ਲਾਸਟ ਹਵਾ ਤੋਂ ਹਵਾਵਾਂ। ਇਸੇ ਤਰ੍ਹਾਂ ਵਚਨ ਬਦਲੋ ਦਾ ਚੌਥਾ ਨਿਯਮ, ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਅੱਖਰ ਹੋਵੇ, ਭਾਵ ਕੋਈ ਮਾਤਰਾ ਨਾ ਹੋਵੇ, ਉਸ ਦਾ ਬਹੁਵਚਨ ਰੂਪ ਕੰਨੇ ਉੱਤੇ ਬਿੰਦੀ ਲਾ ਕੇ ਬਣਾਇਆ ਜਾਂਦਾ ਹੈ। ਜਿਵੇਂ ਕਿ ਗੇਂਦ ਤੋਂ ਗੇਂਦਾਂ, ਇੱਟ ਇੱਟਾਂ, ਸਲੇਟ ਤੋਂ ਸਲੇਟਾਂ, ਭੈਣ ਤੋਂ ਭੈਣਾਂ, ਕਬੂਤਰ ਤੋਂ ਕਬੂਤਰਾਂ, ਪੁਸਤਕ ਤੋਂ ਪੁਸਤਕਾਂ, ਪੰਜਾਬਣ ਤੋਂ ਪੰਜਾਬਣਾਂ, ਸ਼ੇਰ ਤੋਂ ਸ਼ੇਰਾਂ, ਇੱਲ ਤੋਂ ਇੱਲਾਂ ਅਤੇ ਲਾਸਟ ਸ਼ਹਿਰ ਤੋਂ ਸ਼ਹਿਰਾਂ। ਇਸ ਤਰ੍ਹਾਂ ਵਚਨ ਬਦਲੋ ਦਾ ਪੰਜਵਾਂ ਨਿਯਮ, ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦੁਲਾਵਾਂ, ਔਂਕੜ, ਦੁਲੇਂਕੜ ਜਾਂ ਹੋੜਾ ਹੋਵੇ, ਉਸ ਦਾ ਬਹੁਵਚਨ ਰੂਪ ਅੰਤ ਵਿੱਚ ਐੜੇ ਨੂੰ ਕੰਨਾਂ ਉੱਤੇ ਬਿੰਦੀ ਲਾ ਕੇ ਬਣਾਇਆ ਜਾਵੇਗਾ। ਜਿਵੇਂ ਸ਼ੈ ਤੋਂ ਸ਼ੈ ਆ, ਲੈ ਲੈ ਆ, ਸਹੁ ਸਹੁੰ ਸਹੁਆਂ, ਜੂੰ ਜੂਆਂ, ਵਸਤੂ ਵਸਤੂਆਂ, ਛੋਹ ਛੋਹਾਂ, ਖੁਸ਼ਬੂ ਖੁਸ਼ਬੂਆਂ, ਬਹੂ ਬਹੂਆਂ, ਕਨਸੋ ਕਨਸੋਆਂ, ਗਾਉਂ ਗਾਵਾਂ। ਵਚਨ ਬਦਲੋ ਸੰਬੰਧੀ ਇੱਥੇ ਕੁਝ ਹੋਰ ਜਾਣਕਾਰੀ ਵੀ ਦਿੱਤੀ ਗਈ ਹੈ। ਜਿਵੇਂ ਪੰਜਾਬੀ ਵਿੱਚ ਆਦਰ ਸੂਚਕ ਸ਼ਬਦ ਬਹੁਵਚਨ ਵਿੱਚ ਇੱਕ ਵਚਨ ਲਈ ਵਰਤੇ ਜਾਂਦੇ ਹਨ। ਜਿਵੇਂ ਕਿਸੇ ਇੱਕ ਵਿਅਕਤੀ ਲਈ ਵੀ ਜਦੋਂ ਅਸੀਂ ਉਹਨੂੰ ਆਦਰ ਦੇਣਾ ਹੋਵੇ ਤਾਂ ਉਹਦੇ ਲਈ ਬਹੁਵਚਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਇਸ ਤਰ੍ਹਾਂ ਜਦੋਂ ਇੱਕ ਵਿਅਕਤੀ ਨੂੰ ਅਸੀਂ ਉਸ ਤਰ੍ਹਾਂ ਬੁਲਾਉਂਦੇ ਹਾਂ ਤਾਂ ਉਹਨੂੰ ਅਸੀਂ ਤੂੰ ਕਹਿ ਕੇ ਬੁਲਾਉਂਦੇ ਹਾਂ, ਪਰ ਜਦੋਂ ਅਸੀਂ ਉਹਨੂੰ ਆਦਰ ਦੇਣਾ ਹੋਵੇ ਤਾਂ ਉਹਨੂੰ ਅਸੀਂ ਤੁਸੀਂ ਕਹਾਂਗੇ। ਇਸੇ ਤਰ੍ਹਾਂ ਕੁਝ ਹੋਰ, ਤੇਰਾ ਤੋਂ ਤੁਹਾਡਾ, ਮੈਂ ਤੋਂ ਅਸੀਂ, ਉਹ ਤੋਂ ਉਹਨਾਂ, ਇਹ ਸ਼ਬਦ ਕਿਸੇ ਨੂੰ ਆਦਰ ਦੇਣ ਲਈ ਵੀ ਵਰਤੇ ਜਾਂਦੇ ਹਨ। ਇੱਥੇ ਕੁਝ ਹੋਰ ਵੀ ਹੈ ਨੋਟ, ਵਚਨ ਦੇ ਬਦਲਣ ਨਾਲ ਵਾਕ ਵਿਚਲੇ ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼ਬਦਾਂ ਦਾ ਰੂਪ ਵੀ ਬਦਲਦਾ ਹੈ। ਉਦਾਹਰਨ ਲਈ ਹੇਠ ਲਿਖੇ ਵਾਕ ਦੇਖੋ, ਚਿੱਟਾ ਘੋੜਾ ਦੌੜਦਾ ਹੈ। ਇੱਥੇ ਜਿਹੜਾ ਉਹਦੀ ਕਿਰਿਆ ਹੈ ਦੌੜਦਾ, ਉਹਦਾ ਹੀ ਤੋਂ ਵਚਨ ਬਦਲਾਂਗੇ ਤਾਂ ਦੂਸਰਾ ਵਾਕ ਹੋਵੇਗਾ ਚਿੱਟੇ ਘੋੜੇ ਦੌੜਦੇ ਹਨ। ਇੱਥੇ ਕਿਰਿਆ ਵੀ ਬਦਲੀ ਅਤੇ ਉਸਦਾ ਵਿਸ਼ੇਸ਼ਣ, ਵਿਸ਼ੇਸ਼ਣ ਕੀ ਸੀ ਚਿੱਟਾ, ਅਤੇ ਚਿੱਟੇ ਤੋਂ ਬਣ ਗਿਆ ਚਿੱਟੇ, ਨਾਂਵ ਸੀ ਘੋੜਾ, ਘੋੜੇ ਤੋਂ ਬਣ ਗਿਆ ਘੋੜੇ, ਅਤੇ ਕਿਰਿਆ ਸ਼ਬਦ ਸੀ ਦੌੜਦਾ ਜਿਹਦਾ ਬਣ ਗਿਆ ਦੌੜਦਾ ਜਿਹਦਾ ਬਣ ਗਿਆ ਦੌੜਦੇ। ਇਸ ਤਰ੍ਹਾਂ ਦੂਸਰੀ ਉਦਾਹਰਨ ਹੈ ਸਾਡੇ ਕੋਲ, ਉੱਚੀ ਇਮਾਰਤ ਦੂਰੋਂ ਦਿਸਦੀ ਹੈ, ਜਿਹਦਾ ਜਦੋਂ ਅਸੀਂ ਬਹੁਵਚਨ ਬਣਾਵਾਂਗੇ ਤਾਂ ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ। ਇਸ ਦੇ ਨਾਲ ਸਾਡਾ ਅੱਜ ਦਾ ਟੌਪਿਕ ਵੀ ਕੰਪਲੀਟ ਹੁੰਦਾ ਹੈ। ਅਗਲੀ ਵੀਡੀਓ ਦੇ ਵਿੱਚ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਹੋਈ ਇਹ 6ਵੀਂ 7ਵੀਂ ਅਤੇ 8ਵੀਂ ਲਈ ਵਿਆਕਰਨ ਅਤੇ ਲੇਖ ਰਚਨਾ ਪੁਸਤਕ ਵਿੱਚੋਂ ਕੋਈ ਹੋਰ ਟੌਪਿਕ ਪੜ੍ਹਾਂਗੇ ਅਤੇ ਸਮਝਾਂਗੇ। ਜੋ ਵੀ ਚੈਨਲ 'ਤੇ ਨਵਾਂ ਹੈ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਉਹਨਾਂ ਤੱਕ ਪਹਿਲਾਂ ਪਹੁੰਚ ਸਕਣ।